ਪੈਟਰੋਲ ਦੇ ਰੇਟ ਤੇ ਡੀਜ਼ਲ ਦੇ ਰੇਟ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਵਧੇ। ਔਰ ਮੈਂ ਇੱਕ ਸਾਦਾ ਜਿਹਾ ਸਵਾਲ ਪੁੱਛਦਾ ਹੈ ਪੰਜਾਬ ਦੀ ਪ੍ਰੈਸ ਨੂੰ ਕਿ ਸੈਂਟਰ ਦੇ ਥੱਲੇ ਕਿੰਨੇ ਲੋਕ ਆਬਾਦ ਹੈ, ਕਿੰਨੇ ਖਾਨਦਾਨ ਆਬਾਦ ਹੈ? ਬਹੁਤ ਥੋੜੇ। ਸਟੇਟਾਂ ਦੇ ਥੱਲੇ ਕਿੰਨੇ ਆਬਾਦ ਹੈ? ਤਕਰੀਬਨ ਸਾਰੇ। ਹੁਣ 5 ਰੁਪਏ ਡੀਜ਼ਲ ਅੱਜ ਰਾਤ ਤੋਂ ਪੰਜਾਬ ਦੇ ਵਿੱਚ ਹੋਰ ਘਟ ਜਾਏਗਾ। ਤੁਹਾਡੇ ਕੈਮਰੇ ਤੇ ਕੈਮਰੇ ਦੀਆਂ ਕਾਲੀਆਂ ਅੱਖਾਂ ਦੇ ਜ਼ਰੀਏ ਪੰਜਾਬ ਸਰਕਾਰ ਇਹ ਡਿਮਾਂਡ ਕਰਦੀ ਹੈ ਕਿ ਗਵਰਨਮੈਂਟ ਆਫ ਇੰਡੀਆ ਹੋਰ ਡਿਊਟੀ ਘਟਾਵੇ। ਚੰਨੀ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਿਆ ਕੇ ਨਹਿਲੇ ਤੇ ਦਹਿਲਾ ਮਾਰਿਆ। ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਵਰਿੰਦਰ ਜੀ, ਇੱਕ ਗੱਲ ਬੜੀ ਕਲੀਅਰ ਹੈ ਇੱਥੇ। ਦੇਖੋ, ਚੰਨੀ ਸਾਹਿਬ ਦੀ ਨੀਅਤ ਕੀ ਹੈ ਇਹ ਨਹੀਂ ਆਪਾਂ ਕੁਝ ਕਹਿ ਸਕਦੇ। ਵਰਿੰਦਰ ਜੀ, ਲੋਕ ਬੜੇ ਸਮਝਦਾਰ ਨੇ, ਲੋਕਾਂ ਨੂੰ ਪਤਾ ਹੈ ਕਿ ਇਹਦੇ ਜਿਹੜੇ ਫੈਸਲੇ ਨੇ ਇਹਨਾਂ ਦੀ ਸੱਚਾਈ ਕੀ ਹੈ। ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ 2022 'ਚ ਚੋਣਾਂ ਹੋਣੀਆਂ ਨੇ ਉਹਨਾਂ ਤੇ ਕਿੰਨਾ ਕਸਰ ਪਊ? ਇੱਕ ਗੱਲ ਲਿਖ ਕੇ ਅਸਟਾਮ ਦੇ ਉੱਤੇ ਦੇਣ ਨੂੰ ਤਿਆਰ ਹਾਂ ਅਸੀਂ ਕਿ ਪੈਟਰੋਲ ਔਰ ਡੀਜ਼ਲ ਦੇ। ਸਵਾਲ ਤਾਂ ਇਹ ਹੈ ਵਰਿੰਦਰ ਜੀ ਕਿ ਪੌਣੇ 5 ਸਾਲ ਕਿਹਦੀ ਸਰਕਾਰ ਸੀ? ਕੱਲ ਜੀ, ਹਕੀਕਤ ਟੀਵੀ ਪੰਜਾਬੀ 'ਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਮੈਂ ਹਾਂ ਵਰਿੰਦਰ। ਇਸ ਵੇਲੇ ਦੀ ਜੋ ਵੱਡੀ ਖਬਰ ਹੈ ਉਹ ਚੰਡੀਗੜ੍ਹ ਤੋਂ ਆ ਰਹੀ ਹੈ। ਚੰਡੀਗੜ੍ਹ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਜੋ ਫੈਸਲਾ ਲਿਆ ਹੈ ਉਸ ਫੈਸਲੇ ਦਾ ਅਸਰ ਜੋ ਹੈ ਉਹ ਆਮ ਲੋਕਾਂ ਦੀ ਜ਼ਿੰਦਗੀ ਤੇ ਹੋਵੇਗਾ। ਚਾਹੇ ਉਹ ਸਬਜ਼ੀਆਂ ਹੋਣ, ਆਉਣ ਜਾਣ ਦੇ ਸਾਧਨ ਹੋਣ, ਜਾਂ ਕੋਈ ਵੀ ਉਹ ਸਮਾਨ ਚੀਜ਼ ਜਿਹੜੀ ਆਮ ਲੋਕਾਂ ਨਾਲ ਜੁੜੀ ਹੈ ਉਹਦੇ ਤੇ ਸਿੱਧਾ ਉਸ ਚੀਜ਼ ਦਾ ਅਸਰ ਹੋਵੇਗਾ। ਜਿਵੇਂ ਕਿ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਮੀ ਕੀਤੀ ਗਈ ਸੀ, ਉਸ ਨੂੰ ਦੇਖਦੇ ਹੋਏ ਅੱਜ ਚੰਨੀ ਸਰਕਾਰ ਵੱਲੋਂ ਜੋ ਹੈ ਪੈਟਰੋਲ ਦੀ ਕੀਮਤ ਦੇ ਵਿੱਚ 10 ਰੁਪਏ ਦੀ ਕਮੀ ਕੀਤੀ ਗਈ ਹੈ ਔਰ ਡੀਜ਼ਲ ਦੀ ਕੀਮਤ ਦੇ ਵਿੱਚ ਜੋ ਹੈ ਉਹ 5 ਰੁਪਏ ਕਮੀ ਕੀਤੀ ਗਈ ਹੈ। ਇਸ ਸਾਰੇ ਮੁੱਦੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਲਈ ਜੋ ਸਾਡੇ ਨਾਲ ਜੁੜੇ ਹੋਏ ਨੇ, ਜੋ ਸਾਡੇ ਸਹਿਯੋਗੀ ਕਾਸਿਫ ਫਾਰੂਕੀ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਕਾਸਿਫ ਜੀ, ਜੋ ਚੰਨੀ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਿਆ ਕੇ ਨਹਿਲੇ ਤੇ ਦਹਿਲਾ ਮਾਰਿਆ, ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਦੇਖੋ ਵਰਿੰਦਰ ਜੀ, ਬੜਾ ਪਹਿਲੇ ਸਵਾਲ ਤੁਹਾਡਾ ਬੜਾ ਵਧੀਆ ਸਵਾਲ ਹੈ। ਇਹਦੇ ਵਿੱਚ 2-3 ਚੀਜ਼ਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਹੀ ਧਿਆਨ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ। ਦੇਖੋ, ਜਿਹੜੇ ਸਾਡੇ ਪੰਜਾਬੀ ਹੈਗੇ ਨੇ ਬੜੇ ਸਮਝਦਾਰ ਲੋਕ ਨੇ, ਬੜੇ ਅਸੀਂ ਕਹਿ ਲਈਏ ਕਿ ਜਿਨ੍ਹਾਂ ਦੀ ਯਾਦ ਸ਼ਕਤੀ ਬੜੀ ਤੇਜ਼ ਹੈ। ਉਹਨਾਂ ਨੂੰ ਨਹੀਂ ਭੁੱਲਣਾ ਕਿ ਪਿਛਲੇ 4.5 ਸਾਲ, ਪੌਣੇ 5 ਸਾਲ ਉਹਨਾਂ ਨੇ ਕਿਹੋ ਜਿਹਾ ਜਿਹੜਾ ਪ੍ਰਸ਼ਾਸਨ ਹੈ ਉਹ ਹੰਢਾਇਆ, ਕਿਹੋ ਜਿਹੀ ਸਰਕਾਰ ਨੂੰ ਹੰਢਾਇਆ ਹੈ। ਉਹ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਲੋਕਾਂ ਨੂੰ ਇੱਕ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਇਸ ਵੇਲੇ ਜਿਹੜੇ ਐਲਾਨ ਨੇ, ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ, ਪਰ ਇਹ ਜ਼ਿਆਦਾ ਦੇਰ ਹੈ ਕਿਉਂਕਿ ਲੋਕਾਂ ਨੂੰ ਸਭ ਨੂੰ ਪਤਾ ਹੈ, ਸਾਰੇ ਵੋਟਰਾਂ ਨੂੰ ਪਤਾ ਹੈ ਕਿ ਇਸ ਵੇਲੇ ਜਿਹੜੇ ਹਾਲਾਤ ਨੇ, ਕਾਂਗਰਸ ਸਰਕਾਰ ਹੈ ਜਿਹੜੀ ਉਹ ਆਪਣੇ ਪਿਛਲੇ 4.5 ਸਾਲ, ਪੌਣੇ 5 ਸਾਲ ਦਾ ਜਿਹੜਾ ਡੈਮੇਜ ਹੈ ਉਸ ਨੂੰ ਕੰਟਰੋਲ ਕਰਨ 'ਚ ਲੱਗੀ ਹੋਈ ਹੈ। ਔਰ ਮੈਨੂੰ ਲੱਗਦਾ ਹੈ ਕਿ ਜੋ ਇਹ ਫੈਸਲਾ ਲਿਆ ਗਿਆ, ਇੰਜੋਏ ਅਸੀਂ ਕਹਿ ਸਕਦੇ ਹਾਂ ਕਿ ਇਸ ਨੂੰ ਜਿਹੜੇ ਪੰਜਾਬੀ ਨੇ 3-4 ਮਹੀਨੇ ਵਾਸਤੇ ਇੰਜੋਏ ਕਰਨਗੇ, ਇਲੈਕਸ਼ਨਾਂ ਤੱਕ ਇੰਜੋਏ ਕਰਨਗੇ, ਲੇਕਿਨ ਉਸ ਤੋਂ ਬਾਅਦ ਫਿਰ ਇੱਕ ਗੱਲ ਲਿਖ ਕੇ ਅਸਟਾਮ ਦੇ ਉੱਤੇ ਦੇਣ ਨੂੰ ਤਿਆਰ ਹਾਂ ਅਸੀਂ ਕਿ ਪੈਟਰੋਲ ਔਰ ਡੀਜ਼ਲ ਦੇ ਭਾਅ ਵਧਣੇ ਤੈਅ ਨੇ। ਇਲੈਕਸ਼ਨਾਂ ਤੱਕ ਪੰਜਾਬ ਸਰਕਾਰ ਕਰੇ, ਕੇਂਦਰ ਸਰਕਾਰ ਨੇ ਵੀ ਪਹਿਲਾਂ ਘਟਾਏ ਨੇ, ਪਰ ਮੈਨੂੰ ਲੱਗਦਾ ਹੈ ਕਿ ਫਿਲਹਾਲ ਇਹ ਫੈਸਲਾ ਹੈ ਕਿ ਆਪਾਂ ਇਹਨੂੰ ਕਹਿ ਲਈਏ ਕਿ ਪੰਜਾਬੀਆਂ ਨੂੰ ਇੰਜੋਏ ਕਰਨਾ ਚਾਹੀਦਾ ਫਿਲਹਾਲ ਦੇ ਫੈਸਲੇ ਨੂੰ। ਜੀ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਸ ਫੈਸਲਾ ਲਿਆ ਗਿਆ ਹੈ ਕਾਂਗਰਸ ਸਰਕਾਰ ਵੱਲੋਂ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ, ਇਸ ਦਾ ਅਸਰ ਆਉਣ ਵਾਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ 2022 'ਚ ਚੋਣਾਂ ਹੋਣੀਆਂ ਨੇ ਉਹਨਾਂ ਤੇ ਕਿੰਨਾ ਕਸਰ ਪਵੇਗਾ? ਦੇਖੋ, ਅਸਰ ਵਾਸਤੇ ਹੀ ਤਾਂ ਵਰਿੰਦਰ ਜੀ ਜਿਹੜਾ ਇਹ ਸਾਰੀਆਂ ਚੀਜ਼ਾਂ ਕਰਨ ਲੱਗੀ ਹੋਈ ਹੈ ਚੰਨੀ ਸਰਕਾਰ। 4.5 ਸਾਲ, ਪੌਣੇ 5 ਸਾਲ ਇਹ ਸਰਕਾਰ, ਇਹ ਜਿਹੜੀਆਂ ਸਕੀਮਾਂ ਬਣਾਉਣ ਵਾਲੇ ਅਧਿਕਾਰੀ, ਇਹ ਸਕੀਮਾਂ ਬਣਾਉਣ ਵਾਲੇ ਮੰਤਰੀ, ਇਹ ਸਕੀਮਾਂ ਬਣਾਉਣ ਵਾਲੇ ਮੁੱਖ ਮੰਤਰੀ ਕਿੱਥੇ ਸੀ? ਜਦੋਂ 20-20 ਹਜ਼ਾਰ, ਜਦੋਂ 25-25 ਹਜ਼ਾਰ ਰੁਪਈਆ ਬਿੱਲ ਆਉਂਦਾ ਸੀ ਉਦੋਂ ਕਿਹੜਾ ਦਿਖਦਾ ਨਹੀਂ ਸੀ? ਚੰਨੀ ਸਾਹਿਬ ਖੁਦ ਕਹਿੰਦੇ ਨੇ ਕਿ ਉਹਨਾਂ ਦੀ ਵਾਈਫ ਉਹਨਾਂ ਦੇ ਲਿਆ ਕੇ ਬਿੱਲ ਰੱਖ ਦਿੰਦੀ ਸੀ ਮੂਹਰੇ ਵੀ ਇੰਨਾ ਬਿੱਲ ਹੈਗਾ ਬਿਜਲੀ ਦਾ। ਅਤੇ ਉਸ ਵੇਲੇ ਵੀ ਤਾਂ ਪੰਜਾਬ ਇੱਥੇ ਹੀ ਸੀ, ਪੰਜਾਬ ਦੇ ਲੋਕ ਇੱਥੇ ਹੀ ਸੀ। ਲੋਕਾਂ ਨੂੰ ਸਮਝ ਆ ਗਿਆ ਹੈ ਇੱਕ ਗੱਲ ਵਰਿੰਦਰ ਜੀ, ਇੱਕ ਗੱਲ ਬੜੀ ਕਲੀਅਰ ਹੈ ਇੱਥੇ। ਦੇਖੋ, ਚੰਨੀ ਸਾਹਿਬ ਦੀ ਨੀਅਤ ਕੀ ਹੈ ਇਹ ਨਹੀਂ ਆਪਾਂ ਕੁਝ ਕਹਿ ਸਕਦੇ। ਇਹਦੇ ਪਿੱਛੇ ਪੋਲੀਟੀਕਲ ਮੋਟੀਵੇਸ਼ਨ ਹੈ ਜਾਂ ਉਹ ਸੱਚਮੁੱਚ ਇਸ ਚੀਜ਼ ਨੂੰ ਅੱਗੇ ਲੈ ਕੇ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਕਹਿਣ ਨੂੰ ਕੁਝ ਹੋ ਗਿਆ।
ਇਹ ਸਿਰਫ ਹੁਣ ਕੀ ਹੈ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਸਾਰੇ ਪਾਸੇ ਤੋਂ, ਚਾਹੇ ਨਸ਼ਿਆਂ ਦਾ ਮਾਮਲਾ ਹੋਵੇ, ਬਿਜਲੀ ਦਾ ਮਾਮਲਾ ਹੋਵੇ, ਪੈਟਰੋਲ ਡੀਜ਼ਲ ਦਾ ਮਾਮਲਾ ਹੋਵੇ, ਸਾਰੇ ਪਾਸਿਆਂ ਤੋਂ ਜਦੋਂ ਸਰਕਾਰ ਘਿਰ ਗਈ ਹੈ ਤਾਂ ਕਹਿ ਲਈਏ ਕਿ ਇਹ ਉਹ ਜਿਹਨੂੰ ਕਹਿੰਦੇ ਨੇ ਕਿ ਪਤਲੀ ਗਲੀ ਚੋਂ ਨਿਕਲਣ ਦਾ ਇੱਕ ਰਾਹ ਜ਼ਰੂਰ ਹੈ ਜਿਹੜੀ ਚੰਨੀ ਸਰਕਾਰ ਨੇ ਕੀਤਾ। ਕੈਪਟਨ ਸਰਕਾਰ ਜਦੋਂ ਤੱਕ ਰਹੀ ਹੈ ਉਸ ਤੱਕ ਲੋਕਾਂ ਦਾ ਕੀ ਹਾਲਾਤ ਸੀ, ਕਿਹੋ ਜਿਹੇ ਦਿੱਕਤਾਂ ਪਰੇਸ਼ਾਨੀਆਂ, ਉਹਨਾਂ ਨੂੰ ਲੋਕ ਕਿਵੇਂ ਭੁੱਲ ਜਾਣਗੇ। ਹੁਣ ਸੋ ਕੁੱਲ ਮਿਲਾ ਕੇ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈ, ਮੁੱਦੇ ਬਣਨਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮੁੱਦੇ ਬਣਨਗੇ, ਲੋਕ ਪੁੱਛਣਗੇ, ਸੋ ਉਹਨਾਂ ਨੂੰ ਜਵਾਬ ਦੇਣ ਨੂੰ ਵੀ ਤਾਂ ਕੁਝ ਚਾਹੀਦਾ ਸੀ। ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਆਪਣੇ ਬਚਾਓ ਦਾ ਤਰੀਕਾ ਲੱਭ ਰਹੀ ਹੈ। ਜੇਕਰ ਸੱਚੀ ਮੁੱਚੀ ਲੋਕ ਹਿਤੈਸ਼ੀ ਸਰਕਾਰ ਹੁੰਦੀ ਤੇ 4.5 ਸਾਲ ਪੌਣੇ 5 ਸਾਲ 10-10 20 ਰੁਪਈਆ ਪਿੱਛੇ ਜਿਹੜੇ SDO ਜੇਈ ਲੋਕਾਂ ਦੇ, ਗਰੀਬ ਲੋਕਾਂ ਦੇ ਕਨੈਕਸ਼ਨ ਕੱਟਦੇ ਫਿਰੀ ਜਾਂਦੇ ਸੀ, ਉਦੋਂ ਕਿੱਥੇ ਸੀ ਸਰਕਾਰ? ਉਦੋਂ ਕਿਉਂ ਨਹੀਂ ਕਿਸੇ ਨੇ ਸਾਰ ਲਈ ਸਾਡੀ? ਆ ਕੇ ਤੁਸੀਂ ਦੇਖੋ ਤਾਂ ਸੀ ਗਰੀਬਾਂ ਦੇ ਹਾਲਾਤ ਕੀ ਬਣੇ ਨੇ। 4.5 ਸਾਲ ਪੌਣੇ 5 ਸਾਲ ਜਿਹੜੇ ਲੋਕਾਂ ਨੇ ਆਪਣੇ ਪਿੰਡ ਦੇ ਉੱਤੇ ਹੰਢਾਇਆ, ਤੁਸੀਂ ਇਹ ਦੇਖੋ ਕਿ ਪਰ ਹੁਣ ਲੋਕ ਬੜੇ ਸਮਝਦਾਰ ਨੇ। ਮੈਂ ਫੇਰ ਰਿਪੀਟ ਕਰ ਰਿਹਾ ਵਰਿੰਦਰ ਜੀ, ਲੋਕ ਬੜੇ ਸਮਝਦਾਰ ਨੇ। ਲੋਕਾਂ ਨੂੰ ਪਤਾ ਹੈ ਕਿ ਇਹਦੇ ਜਿਹੜੇ ਫੈਸਲੇ ਨੇ ਇਹਨਾਂ ਦੀ ਸੱਚਾਈ ਕੀ ਹੈ। ਹੁਣ ਤੁਸੀਂ 1 ਰੁਪਿਆ 10 ਪੈਸੇ ਬਿਜਲੀ ਕਰ ਤਾਂ ਦਿੱਤੀ, ਪਰ ਗੱਲ ਤਾਂ ਇਹ ਹੈ ਕਿ 1 ਰੁਪਿਆ 10 ਪੈਸੇ ਸਰਕਾਰ ਦੇ ਅਨੁਸਾਰ ਵੀ ਤਾਂ ਕਰ ਸਕਦੇ ਸੀ ਜੀ। ਤੇ ਹੁਣ ਫੈਸਲੇ ਲੈਣ ਦਾ ਸਿੱਧਾ ਮਤਲਬ ਹੈ ਕਿ ਸਰਕਾਰ ਹੈ ਜਿਹੜੀ, ਉਹ ਜਦੋਂ ਵਿਰੋਧੀਆਂ ਨੇ ਸਵਾਲ ਚੱਕਣੇ ਨੇ ਤੇ ਸਰਕਾਰ ਕੋਲ ਕੋਈ ਨਾ ਕੋਈ ਜਵਾਬ ਤਾਂ ਹੋਣਾ ਚਾਹੀਦਾ। ਹੁਣ ਅਸੀਂ ਅਗਰ ਕਹੀਏ ਕਿ ਮਹਿੰਗੀ ਬਿਜਲੀ, ਹੁਣ ਤਾਂ ਕਹਿਣਗੇ ਜੀ ਬਿਜਲੀ ਮਹਿੰਗੀ ਨਹੀਂ, ਮੁਲਕ 'ਚ ਸਭ ਤੋਂ ਸਸਤੀ ਬਿਜਲੀ। ਤੇ ਜਦੋਂ ਮੁਲਕ 'ਚ ਸਭ ਤੋਂ ਮਹਿੰਗੀ ਬਿਜਲੀ ਸੀ ਵਰਿੰਦਰ ਜੀ, ਉਸ ਵੇਲੇ ਤਾਂ ਕਿਸੇ ਦਾ ਜਿਹੜਾ ਕੋਈ ਬਿਆਨ ਸੁਣਨ ਨੂੰ ਨਹੀਂ ਮਿਲਿਆ ਜੀ। ਜੀ ਕਾਸਿਫ ਜੀ, ਜਿਸ ਤਰ੍ਹਾਂ ਨਾਲ ਤੁਸੀਂ ਕਿਹਾ ਕਿ ਜਿਹੜੀ ਪਬਲਿਕ ਹੈ, ਆਮ ਲੋਕ ਨੇ, ਜਨਤਾ ਨੇ, ਉਹ ਕਾਫੀ ਸਮਝਦਾਰ ਹੋ ਚੁੱਕੇ ਨੇ। ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਚੰਨੀ ਸਰਕਾਰ ਨੇ ਫੈਸਲਾ ਲਿਆ ਤਾਂ ਪਬਲਿਕ ਨੂੰ, ਪੰਜਾਬ ਦੀ ਪਬਲਿਕ ਨੂੰ ਜਿਹੜੀ ਹੈ ਇੱਕ ਤਰੀਕੇ ਨਾਲ ਭਰਮਾਉਣ ਦੀ, ਆਪਾਂ ਗੱਲ ਕਰੀਏ ਭਰਮਾਉਣ ਹੀ ਕਹਿ ਸਕਦੇ ਹਾਂ ਕਿ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਤੁਸੀਂ ਇਹ ਵੀ ਗੱਲ ਕਿਹਾ ਕਿ ਲੋਕਾਂ ਨੂੰ ਸਾਰਾ ਕੁਝ ਪਤਾ ਹੈ, ਤੇ ਇਹਦਾ ਮਤਲਬ ਹੈ ਕਿ ਜੋ ਸੋਚ ਕੇ ਸਰਕਾਰ ਨੇ, ਪੰਜਾਬ ਸਰਕਾਰ ਨੇ ਫੈਸਲਾ ਲਿਆ, ਉਸ ਫੈਸਲੇ ਦਾ ਬਹੁਤ ਜ਼ਿਆਦਾ ਅਸਰ ਜਿਹੜਾ ਉਹ ਲੋਕਾਂ ਤੇ ਨਹੀਂ ਹੋਏਗਾ। ਬਿਲਕੁਲ ਸਹੀ, ਤੁਸੀਂ ਬਿਲਕੁਲ ਠੀਕ ਫਰਮਾਇਆ ਵਰਿੰਦਰ ਜੀ। ਲੋਕਾਂ ਤੇ ਅਸਰ ਹੋਣਾ ਸੀ, ਤੇ ਜੇ ਅਸੀਂ ਘਰ ਨੌਕਰੀਆਂ ਦੇ ਪੋਸਟਰ, ਘਰ ਨੌਕਰੀਆਂ ਦੇ ਫਾਰਮ ਭਰਤੇ, ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਫਾਰਮ ਭਰੇ ਨੇ, ਕਈ ਕਰੋੜ ਲੋਕਾਂ ਨੇ ਫਾਰਮ ਭਰੇ, ਪਰ ਨੌਕਰੀਆਂ ਦੇ ਨਾਂ 'ਤੇ ਕੀ ਮਿਲਿਆ? ਪ੍ਰਾਈਵੇਟ ਨੌਕਰੀਆਂ। ਲੋਕਾਂ ਨੂੰ ਤਾਂ ਦੇਖੋ ਬਹੁਤ ਤਰੀਕੇ ਨਾਲ ਅਸੀਂ ਕਹਿ ਲਈਏ ਕਿ ਇੱਕ ਤਰ੍ਹਾਂ ਅਸੀਂ ਕਹਿ ਲਈਏ ਕਿ ਜਿਹੜੇ ਲੋਕ ਸੀ ਜਿਨ੍ਹਾਂ ਨੇ ਉਸ ਵੇਲੇ ਫਾਰਮ ਭਰੇ, ਉਹਨਾਂ ਨੂੰ ਇਹ ਦਰਸਾਇਆ ਗਿਆ ਕਿ ਨੌਕਰੀਆਂ ਸਰਕਾਰੀ ਮਿਲਣ ਵਾਲੀਆਂ ਨੇ। ਪਰ ਜਦੋਂ ਕਹਿੰਦੇ ਨੇ ਕਿ ਖੋਦਿਆ ਪਹਾੜ ਨਿਕਲਿਆ ਚੂਹਾ, ਉਹ ਚੂਹਾ ਵੀ ਐਸਾ ਸਿਰਫ 7000 ਦੇ ਸਰਟੀਫਿਕੇਟ ਵਾਲਾ। 7000 ਦੇ ਸਰਟੀਫਿਕੇਟ ਵਾਸਤੇ ਜੌਬ ਜੇ ਲੈਣੀ ਹੈ, ਮੁੰਡੇ ਸਾਡੇ BA MA ਕੀਤੇ ਹੋਏ 7-7000 ਦੇ ਉੱਤੇ ਮੁੰਡੇ ਫਿਰਦੇ ਨੇ। ਅਗਰ ਕਰਨਾ ਹੈ ਚੰਨੀ ਸਰਕਾਰ ਨੇ ਤਾਂ ਉਹਨਾਂ ਜਿਹੜੇ ਟੀਚਰ ਨੇ, ਜਿਹੜੇ ਇਸ ਵੇਲੇ ਟੈਟ ਪਾਸ ਹੋਏ ਨੇ, ਚਾਹੇ 2012 ਦੇ ਨੇ ਜਾਂ 2013 ਦੇ ਨੇ, ਉਹਨਾਂ ਨੂੰ ਨੌਕਰੀਆਂ ਦੇਵੇ। ਫਿਰ ਤਾਂ ਅਸੀਂ ਕਹੀਏ ਕਿ ਹਾਂ ਵਾਕਈ ਕੁਛ ਨਾ ਕੁਛ ਚੰਨੀ ਸਰਕਾਰ ਇਸ ਵੇਲੇ ਕਰਨ ਦੇ ਮੂਡ ਦੇ ਵਿੱਚ ਹੈ। ਸਵਾਲ ਤਾਂ ਇਹ ਹੈ ਵਰਿੰਦਰ ਜੀ ਕਿ ਪੌਣੇ 5 ਸਾਲ ਕਿਹਦੀ ਸਰਕਾਰ ਸੀ? ਪੌਣੇ 5 ਸਾਲ ਚੰਨੀ ਸਾਹਿਬ ਵੀ ਕੈਬਨਿਟ ਮਿਨਿਸਟਰੀ ਦਾ ਆਨੰਦ ਲੈਂਦੇ ਰਹੇ, ਜਲੇਬੀਆਂ ਖਾਂਦੇ ਰਹੇ ਮਿਨਿਸਟਰੀ ਦੀਆਂ, ਤੇ ਉਸ ਵੇਲੇ ਆਵਾਜ਼ ਕਿਉਂ ਨਹੀਂ ਚੱਕੀ? ਉਸ ਵੇਲੇ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਰਹੇ? ਹੁਣ ਤਾਂ ਉਹ ਕਹਿ ਰਹੇ ਨੇ ਕਿ ਲੋਲੀਪੌਪ ਦੇ ਰਹੇ ਨੇ। ਲੋਕਾਂ ਨੂੰ ਲੋਲੀਪੌਪ ਪਿੱਛੇ ਵੋਟਾਂ ਨਹੀਂ ਦੇਣੀਆਂ ਚਾਹੀਦੀਆਂ, ਲੋਕਾਂ ਨੂੰ ਸੋਚ ਸਮਝ ਕੇ ਵੋਟਾਂ ਦੇਣੀਆਂ ਚਾਹੀਦੀਆਂ ਨੇ। ਤੇ ਜਦੋਂ ਸਿੱਧੂ ਸਾਹਿਬ, ਇੱਕ ਸਵਾਲ ਤਾਂ ਇਹ ਕਿ ਤੁਸੀਂ ਚੁੱਪ ਕਿਉਂ ਬੈਠੇ ਰਹੇ? ਉਦੋਂ ਤੱਕ ਤੁਹਾਨੂੰ ਕਿਹਾ ਸੀ ਕਿਸੇ ਨੇ ਕਿ ਤੁਸੀਂ ਚੁੱਪ ਕਰਕੇ ਬੈਠੋ, ਤੁਹਾਨੂੰ ਪ੍ਰਧਾਨਗੀ ਦੇਵਾਂਗੇ, ਤੁਸੀਂ ਚੁੱਪ ਕਰਕੇ ਬੈਠੋ, ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ, ਇਸ ਕਰਕੇ ਬੈਠੇ ਰਹੇ। ਵੱਡੇ ਸਵਾਲ ਨੇ ਵਰਿੰਦਰ ਜੀ ਇਹ ਸਾਰੇ। ਔਰ ਮੈਨੂੰ ਲੱਗਦਾ ਕਿ ਇਲੈਕਸ਼ਨਾਂ ਤੋਂ ਪਹਿਲਾਂ, ਵੋਟਾਂ ਤੋਂ ਪਹਿਲਾਂ ਹੁਣ ਲੋਕਾਂ ਨੂੰ ਅਸਲ ਮੁੱਦਿਆਂ 'ਤੇ ਆਉਣਾ ਚਾਹੀਦਾ। ਗਲੀਆਂ, ਨਾਲੀਆਂ, ਸੜਕਾਂ, ਇਹ ਤਾਂ ਹੁੰਦੇ ਹੀ ਰਹਿੰਦੇ ਨੇ, ਇਹ ਤਾਂ ਹੋਣਗੇ, ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ। ਹੁਣ ਜੇ ਤੁਸੀਂ ਗਲੀਆਂ ਨਾਲੀਆਂ ਵਾਲੀ ਸਿਆਸਤ ਕਰਨੀ ਹੈ ਤੇ ਫਿਰ ਪੰਜਾਬ ਦੇ ਵਿੱਚ ਤੇ ਫਿਰ ਜਸ਼ਨ ਇਸੇ ਤਰੀਕੇ ਨਾਲ ਮਨਾਏ ਜਾਣਗੇ। ਜਦੋਂ ਤੁਹਾਨੂੰ ਫ੍ਰੀ ਵਾਲੀ ਆਦਤ ਸਾਨੂੰ ਪਾਈ ਜਾ ਰਹੀ ਹੈ ਸਾਡੇ ਨੌਜਵਾਨਾਂ ਨੂੰ, ਮੈਂ ਤਾਂ ਅਕਸਰ ਇਹ ਗੱਲ ਕਹਿਣਾ ਕਿ ਕਿਉਂ ਫ੍ਰੀ ਲਈਏ ਕੋਈ ਚੀਜ਼? ਜਿਨ੍ਹਾਂ ਨੂੰ ਜ਼ਰੂਰਤ ਹੈ ਤੁਸੀਂ ਲੋੜਵੰਦਾਂ ਨੂੰ ਮੁਫਤ ਦੇ ਵਿੱਚ ਦੇਵੋ, ਉਹਨਾਂ ਦੱਬੇ 'ਚ ਕੁਚਲੇ ਲੋਕਾਂ ਨੂੰ ਮੁਫਤ ਦੇ ਵਿੱਚ ਦੇਵੋ। ਆਲੀਸ਼ਾਨ ਕੋਠੀਆਂ ਤੇ ਨੀਲੇ ਕਾਰਡ ਬਣਾਏ ਹੋਏ ਨੇ। ਜੀ ਬਿਲਕੁਲ ਕਾਸਿਫ ਜੀ, ਜਿਸ ਢੰਗ ਨਾਲ ਤੁਸੀਂ ਗੱਲ ਕਰ ਰਹੇ ਹੋ, ਜੋ ਆਪਾਂ ਜੇ ਗੱਲ ਕਰੀਏ ਚਾਹੇ ਪੈਟਰੋਲ ਡੀਜ਼ਲ ਸਸਤੇ ਕਰਨ ਦੀ ਗੱਲ ਹੋਵੇ ਜਾਂ ਕੋਈ ਹੋਰ ਚੀਜ਼ਾਂ ਹੋਣ, ਪੈਸਾ ਤੇ ਜਨਤਾ ਦਾ ਹੀ ਹੈ ਨਾ। ਪੈਸਾ ਜਨਤਾ ਦਾ ਹੀ ਸਰਕਾਰ ਕੋਲ ਹੈ, ਸਾਡੇ ਟੈਕਸ ਦਾ ਪੈਸਾ ਹੈ। ਨਿੱਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਖਰੀਦਦੇ ਹਾਂ ਉਹਦੇ 'ਤੇ ਜਿਹੜਾ ਹੈਗਾ ਟੈਕਸ ਅਸੀਂ ਦਿੰਦੇ ਹਾਂ, ਤਾਂ ਸਾਡਾ ਹੀ ਪੈਸਾ ਉਹ ਇੱਕ ਤਰੀਕੇ ਦੇ ਨਾਲ ਕੇਅਰ ਟੇਕਰ ਹੈ ਸਰਕਾਰ। ਜਿਸ ਢੰਗ ਨਾਲ ਤੁਸੀਂ ਗੱਲ ਕੀਤੀ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜੋ
ਅਸਲ ਮੁੱਦੇ ਨੇ, ਕਿਹੜੇ ਹੱਲ ਹੋਣੇ ਚਾਹੀਦੇ ਨੇ ਸਰਕਾਰ ਦੇ ਤਾਂ ਕਿ ਜਿਹੜੀ ਜਨਤਾ ਹੈ ਉਹ ਦੁਬਾਰਾ ਇਸ ਸਰਕਾਰ ਨੂੰ ਚੁਣ ਸਕੇ। ਨਹੀਂ ਦੇਖੋ, ਜਨਤਾ ਨੂੰ ਪੂਰਾ ਹੱਕ ਹੈ, ਉਹ ਕਿਸੇ ਵੀ ਸਰਕਾਰ ਨੂੰ ਚੁਣ ਸਕਦੀ ਹੈ, ਲੇਕਿਨ ਇਸ ਵੇਲੇ ਮੁੱਦੇ ਜਿਹੜੇ ਮੇਨ ਮੁੱਖ ਮੁੱਦੇ ਨੇ, ਮੈਨੂੰ ਲੱਗਦਾ ਹੈ ਕਿ ਜਿਸ ਉੱਤੇ ਕੈਪਟਨ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਟਰਾਂਸਪੋਰਟ ਦੀ ਇੱਕ ਪਾਸੇ ਲੈ ਲਈਏ, ਗੱਲ ਕਰੀਏ ਆਪਾਂ ਟਰਾਂਸਪੋਰਟ ਦੇ ਵਿੱਚ ਔਰਤਾਂ ਨੂੰ ਜਿਹੜਾ ਉਹ ਮੁਫਤ ਦੇ ਵਿੱਚ ਕੀਤਾ ਗਿਆ। ਮੈਂ ਤਾਂ ਇਹ ਸੋਚਦਾ ਕਿ ਔਰਤਾਂ ਨੂੰ ਮੁਫਤ 'ਚ ਦੇਣਾ ਕੋਈ ਮਾੜੀ ਗੱਲ ਨਹੀਂ, ਜਿਹੜੀ ਸਹੂਲਤ ਸਰਕਾਰ ਦੇ ਸਕਦੀ ਉਹ ਦੇਵੇ ਵਰਿੰਦਰ ਜੀ, ਪਰ ਸਾਨੂੰ ਮੁਫਤ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਨੌਜਵਾਨਾਂ ਨੂੰ, ਸਾਡੇ ਪਰਿਵਾਰ ਵਾਲਿਆਂ ਨੂੰ ਮੁਫਤ ਦੇਣ ਦੀ ਨੌਬਤ ਕਿਉਂ ਆ ਗਈ। ਜੀ ਬਿਲਕੁਲ। ਅਗਰ ਤੁਸੀਂ ਮੁਫਤ ਦੇਣਾ, ਤੁਸੀਂ ਰੋਜ਼ਗਾਰ ਦੇਵੋ। ਤੁਸੀਂ ਇੱਕ ਵਾਰ ਮੁਫਤ ਦੇ ਦੋਗੇ, 2 ਵਾਰ ਲਾਈਨ 'ਚ ਲੱਗ ਜਾਣਗੇ, 3 ਵਾਰ ਲਾਈਨ 'ਚ ਲੱਗ ਜਾਣਗੇ, ਸਾਰੀ ਉਮਰ ਤੁਸੀਂ ਨੌਜਵਾਨਾਂ ਨੂੰ ਮੁਫਤ ਦੇ ਵਿੱਚ ਹੀ ਸਾਰਾ। ਜੀ ਬਿਲਕੁਲ ਸਿਸਟਮ ਹੀ ਇਦਾਂ ਦਾ ਬਣਾ ਦੇਣਾ ਚਾਹੀਦਾ ਜਿਸ ਢੰਗ ਨਾਲ ਆਪਾਂ ਕਹਿ ਸਕਦੇ ਹਾਂ ਤਰੱਕੀ ਯਾਫਤਾ ਮੁਲਕਾਂ ਦੇ ਵਿੱਚ ਹੀ ਸਿਸਟਮ ਇਦਾਂ ਦਾ ਬਣਿਆ ਕਿ ਕੋਈ ਚੀਜ਼ ਉੱਥੇ ਫ੍ਰੀ ਨਹੀਂ ਹੈ, ਲੇਕਿਨ ਟੈਕਸਸ ਜਿਹੜੇ ਨੇ ਲੋਕ ਇਮਾਨਦਾਰੀ ਨਾਲ ਦੇ ਰਹੇ ਨੇ, ਔਰ ਜਿਹੜਾ ਸਿਸਟਮ ਆਟੋਮੈਟਿਕਲੀ ਇਦਾਂ ਦਾ ਬਣਿਆ ਹੈਗਾ ਕਿ ਉਹ ਕੁਝ ਵੀ ਚੀਜ਼ ਫ੍ਰੀ 'ਚ ਲੈ ਕੇ ਰਾਜੀ ਨਹੀਂ ਹੈ। ਲੋਕਾਂ ਨੇ, ਜਿਹੜੇ ਸਰਕਾਰਾਂ ਨੇ ਸਾਧਨ ਇਦਾਂ ਦੇ ਬਣਾਏ ਹੋਏ ਨੇ, ਸਿਸਟਮ ਇਦਾਂ ਦਾ ਬਣਾਇਆ ਹੋਇਆ, ਰੋਜ਼ਗਾਰ ਦੇ ਢੰਗ ਜਿਹੜੇ ਇਦਾਂ ਦੇ ਦਿੱਤੇ ਹੋਏ ਨੇ। ਵਰਿੰਦਰ ਜੀ, ਬੜਾ ਤੁਸੀਂ ਸੰਵੇਦਨਸ਼ੀਲ ਮੁੱਦਾ ਮੈਨੂੰ ਲੱਗਦਾ ਇੱਥੇ ਉਹ ਛੇੜ ਲਿਆ। ਦੇਖੋ, ਜਿਹੜਾ ਅਸੀਂ ਕਹਿੰਦੇ ਹਾਂ ਕਿ ਜੀ ਸਾਡਾ ਲੀਡਰ ਸਾਡੇ ਕਰਪਟ ਨੇ, ਸਾਡੇ ਪ੍ਰਸ਼ਾਸਨਿਕ ਅਧਿਕਾਰੀ ਕਰਪਟ ਨੇ, ਮਾਫ ਕਰਨਾ, ਮੈਂ ਬੜੀ ਮਾਜਰਤ ਨਾਲ ਇਹ ਗੱਲ ਕਰ ਰਿਹਾ। ਜਿਨ੍ਹਾਂ ਮੁਲਕਾਂ ਦੇ ਵਿੱਚ ਬਹੁਤ ਉਦਾਹਰਨਾਂ ਨੇ, ਜਿਨ੍ਹਾਂ ਦੇ ਵਿੱਚ ਬਹੁਤ ਚੰਗੇ ਲੀਡਰਾਂ ਨੂੰ ਲੋਕਾਂ ਨੇ ਅਗਵਾਈ ਦਿੱਤੀ, ਪਰ ਜਦੋਂ ਤੱਕ ਆਵਾਮ ਬੇਸਿਕ ਪੱਧਰ ਤੋਂ ਆਵਾਮ ਨਹੀਂ ਜਿਹੜੀ ਇਮਾਨਦਾਰ ਹੁੰਦੀ, ਆਵਾਮ ਆਪਣੇ ਅਸੀਂ ਕਹਿ ਲਈਏ ਕਿ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਨਾਸਤਕ ਲੋਕ ਨੇ, ਰੱਬ ਨੂੰ ਨਾ ਮੰਨਣ ਵਾਲੇ ਲੋਕ ਆ, ਅਸੀਂ ਪਰਮਾਤਮਾ ਨੂੰ, ਉਸ ਈਸ਼ਵਰ ਨੂੰ ਮੰਨਣ ਵਾਲੇ ਲੋਕ ਆ, ਪਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਤਾਂ ਸਾਡੇ ਕੋਲ ਹੈ। ਜਦੋਂ ਤੱਕ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਹੈ, ਅਸੀਂ ਕਹਿ ਲਈਏ ਕਿ ਅਸੀਂ ਅਧਿਕਾਰੀ ਨੂੰ ਰਿਸ਼ਵਤ ਦਿੱਤੀ ਹੈ, ਉਹ ਸਭ ਤੋਂ ਪਹਿਲਾਂ ਮੁਜਰਮ ਤੇ ਤੁਸੀਂ ਹੋ, ਜਿਨ੍ਹਾਂ ਨੇ ਆਪਣਾ ਸਹੀ ਕੰਮ ਕਰਵਾਉਣ ਵਾਸਤੇ ਵੀ ਤੁਸੀਂ ਪੈਸੇ ਦੇ ਰਹੇ ਹੋ। ਇੱਥੇ ਵੱਡੀ ਗੱਲ ਤਾਂ ਇਹ ਹੈ ਕਿ ਸਾਨੂੰ ਖੁਦ ਜਾਗਰੂਕ ਹੋਣਾ ਪੈਣਾ ਵਰਿੰਦਰ ਜੀ। ਅਸੀਂ ਧਰਮਾਂ ਦੀ ਗੱਲ ਕਰਦੇ ਹਾਂ, ਅਸੀਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਹਾਂ, ਅਸੀਂ ਧਾਰਮਿਕ ਊਰਜਾ ਦੀ ਗੱਲ ਕਰਦੇ ਹਾਂ, ਪਰ ਮੈਂ ਅਕਸਰ ਜਦੋਂ ਕਿਤੇ ਵੀ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਮੈਨੂੰ ਉੱਥੇ ਜਾ ਕੇ ਲੱਗਦਾ ਹੁੰਦਾ ਕਿ ਜਿਸ ਧਰਮ ਦੀ ਗੱਲ ਅਸੀਂ ਹਿੰਦੁਸਤਾਨ ਦੇ ਵਿੱਚ ਕਰਦੇ ਹਾਂ, ਆਪਣੇ ਮੁਲਕ ਦੇ ਵਿੱਚ ਕਰਦੇ ਹਾਂ, ਆਪਣੇ ਅਜੀਜ਼ ਮੁਲਕ ਦੇ ਵਿੱਚ ਕਰਦੇ ਹਾਂ, ਸੋ ਉਹ ਸਾਰੀਆਂ ਚੀਜ਼ਾਂ ਤਾਂ ਸਾਡੇ ਫੌਰਨ ਦੇ ਵਿੱਚ ਪਈਆਂ, ਨਾਲੇ ਉਹ ਰੱਬ ਨੂੰ ਮੰਨਦੇ ਨਹੀਂ। ਤੁਸੀਂ ਕਿਸੇ ਨੂੰ ਤੁਸੀਂ ਇੱਥੇ ਦੇਖ ਲਓ, ਜੋ ਵੀ ਵਿਦੇਸ਼ੀ ਲੋਕ ਹੈਗੇ ਨੇ, ਤੁਸੀਂ ਉਹਨਾਂ ਨੂੰ ਕੁਝ ਵੀ ਕਹਿ ਲਓ, ਜੇਕਰ ਤੁਸੀਂ ਉਹਨੂੰ ਕਹੋਗੇ ਕਿ ਤੂੰ ਕੰਮ ਚੋਰ ਹੈ, ਉਹਨਾਂ ਨੇ ਭਾਈ ਸਾਹਿਬ ਤੁਹਾਡੇ ਗੱਲ ਪੈ ਜਾਣਾ ਕਿ ਮੈਂ ਆਪਣੇ ਕੰਮ ਤੇ ਪੂਰੀ ਤਰ੍ਹਾਂ ਡਿਊਟੀ ਦੇ ਰਿਹਾ, ਤੁਸੀਂ ਮੈਨੂੰ, ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਗਾਲ ਕੱਢੀ, ਉਹਨਾਂ ਨੂੰ ਕੰਮ ਪ੍ਰਤੀ ਬੇਈਮਾਨੀ ਗੱਲ ਕੀਤੀ ਹੈ। ਉਹ ਜਿਹੜੇ ਸਿਸਟਮ ਦੇ ਦੇਖੋ, ਉਸ ਤੋਂ ਬਾਅਦ ਫਿਰ ਇੱਕ ਹੋਰ ਵੱਡੀ ਗੱਲ ਹੈ, ਅਸੀਂ ਅੰਗਰੇਜ਼ਾਂ ਦੀ ਰੀਸ ਕਰਦੇ ਹਾਂ, ਲੇਕਿਨ ਅੰਗਰੇਜ਼ਾਂ ਦੀਆਂ ਮਾੜੀਆਂ ਹਰਕਤਾਂ ਨੇ, ਮਾੜੀਆਂ ਅਸੀਂ ਕਹਿ ਲਈਏ ਕਿ ਜਿਸ ਚੀਜ਼ ਨਾਲ ਉਸ ਸਮਾਜ ਦਾ ਬੇੜਾ ਗਰਕ ਹੋ ਰਿਹਾ ਹੈ, ਉਹ ਚੀਜ਼ਾਂ ਅਸੀਂ ਇੱਥੇ ਅਡਾਪਟ ਕਰ ਰਹੇ ਹਾਂ। ਸਾਡੇ ਕੋਲ ਇੰਨੀ ਚੰਗੀ ਪਰੰਪਰਾ, ਸਾਡਾ ਸੱਭਿਆਚਾਰ, ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਦਿੱਤਾ ਹੋਇਆ ਸਾਡਾ ਸੱਭਿਆਚਾਰ, ਅਸੀਂ ਉਸ ਨਜ਼ਰੀਏ ਨਾਲ ਅਸੀਂ ਆਪਣੇ ਆਪ ਨੂੰ ਸੈੱਟ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਨੂੰ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਦਾ ਮਾਮਲਾ ਹੋਵੇ, ਸਰਕਾਰਾਂ ਨੂੰ ਚਲਾਉਣ ਦਾ ਮਾਮਲਾ ਹੋਵੇ, ਵਰਿੰਦਰ ਜੀ ਬੜੀ ਮਾਜਰਤ ਨਾਲ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਦੋਂ 10 ਰੁਪਏ ਦੀ ਲਾਲ ਪਰੀ ਪਿੱਛੇ ਵੋਟ ਮਿਲੂਗੀ ਜਾਂ ਵੋਟ ਪਾਈ ਜਾਊਗੀ, ਤੁਸੀਂ ਫਿਰ ਕੰਮ ਦੀ ਐਕਸਪੈਕਟੇਸ਼ਨ ਤੁਸੀਂ ਨਹੀਂ ਕਰ ਸਕਦੇ। ਉਹ ਤਾਂ ਕਹੇਗਾ ਜੀ ਅਸੀਂ ਪਲਾਈ ਹੈ, ਤੁਸੀਂ ਪੀਤੀ ਹੈ ਤੇ ਗੱਲ ਖਤਮ, ਹੁਣ ਕਿਹੜੇ ਕੰਮ, ਤੁਸੀਂ ਕਹਿ ਹੀ ਨਹੀਂ ਸਕਦੇ ਜੀ ਕਿਸੇ ਨੂੰ। ਸੋ ਪਹਿਲਾਂ ਸਾਨੂੰ ਆਪਣਾ ਆਪ ਸਵਾਰਨਾ ਪਊਗਾ। ਸਾਡਾ DNA, ਸਾਡੇ ਪੰਜਾਬੀ ਨੌਜਵਾਨਾਂ ਦਾ DNA ਹੈ ਨਾ ਜਿਹੜਾ, ਉਹ ਬੜੇ ਤਰੀਕੇ ਨਾਲ ਖ਼ਰਾਬ ਕੀਤਾ ਜਾ ਰਿਹਾ। ਮੈਂ ਅਕਸਰ ਵਾਰ-ਵਾਰ ਇਹ ਗੱਲ ਕਹਿਣਾ ਕਿ ਸਾਡਾ DNA ਹੈ ਜਿਹੜਾ, ਰੱਬ ਦੇ ਵਾਸਤੇ ਉਹਨੂੰ ਬਚਾ ਲਓ, ਰੱਬ ਦੇ ਵਾਸਤੇ ਉਸ ਚੀਜ਼ ਨੂੰ ਅਸੀਂ ਫਿਕਰਮੰਦ ਹੋ ਕੇ ਇਕੱਠੇ ਕਰੀਏ। ਫਿਰ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਕਿ ਕੋਈ ਤੁਹਾਨੂੰ ਮੁਫਤ ਦੇ ਵਿੱਚ ਗੱਲ ਕਰ ਲਵੇ ਕਿ ਮੁਫਤ ਦੇ ਵਿੱਚ ਇਹ ਚੀਜ਼ ਲੈ ਲਓ। ਜਦੋਂ ਅਸੀਂ ਆਪਣੇ ਆਪ 'ਤੇ ਆਰਥਿਕ ਤੌਰ 'ਤੇ ਸੰਪੰਨ ਨਹੀਂ ਹੋਵਾਂਗੇ, ਉਦੋਂ ਤੱਕ ਸਾਨੂੰ ਇਹਨਾਂ ਲੀਡਰਾਂ ਦੀਆਂ ਅਸੀਂ ਕਹਿ ਲਈਏ ਕਿ ਮੂੰਹ ਵੇਖਣੇ ਹੀ ਪੈਣਗੇ, ਐਲਾਨਾਂ ਵੱਲ ਸਾਨੂੰ ਵੇਖਣਾ ਹੀ ਪੈਣਾ, ਚਾਹੇ ਡੀਜ਼ਲ ਦਾ ਮਾਮਲਾ ਹੋਵੇ, ਪੈਟਰੋਲ ਦਾ ਮਾਮਲਾ ਹੋਵੇ। ਅਸੀਂ ਕਹਿ ਰਹੇ ਕਿ ਤੁਸੀਂ ਸਾਨੂੰ ਰੋਜ਼ਗਾਰ ਦਿਵੋ, ਮੁਫਤ ਦੇ ਵਿੱਚ ਸਾਨੂੰ ਨਾ ਧਕੇਲੋ, ਮੁਫਤ ਦਾ ਸਾਨੂੰ ਕੋਈ ਚੀਜ਼ ਚਾਹੀਦੀ ਨਹੀਂ। ਸਾਡੇ ਨੌਜਵਾਨ ਤਾਂ ਖੁਦ ਕਿੰਨੇ ਹੀ ਵਾਰ ਇਹ ਹੋ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ ਕਿ ਸਾਨੂੰ ਮੁਫਤ ਦੇ ਵਿੱਚ ਕੁਝ ਚਾਹੀਦਾ ਹੀ ਨਹੀਂ, ਤੁਸੀਂ ਸਾਨੂੰ ਮੁਫਤ ਵਾਲੀ ਜਿਹੜੀ ਟੂਤੀ ਕਿਉਂ ਵਜਾ ਰਹੇ ਹੋ ਤੁਸੀਂ। ਸੋ ਇਹ ਗੱਲਾਂ ਨੇ। ਆਪਣੀ ਗੱਲ ਸ਼ੁਰੂ ਕੀਤੀ ਸੀ ਪੈਟਰੋਲ ਤੇ ਡੀਜ਼ਲ ਦੇ ਰੇਟ ਤੋਂ। ਸੋ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ ਨਾਲ ਹੁਣ ਜਿਹੜੇ ਨੌਜਵਾਨ ਹੈਗੇ ਨੇ
ਉਹ ਸਮਝਦਾਰ ਹੋ ਚੁੱਕੇ ਨੇ ਔਰ ਮੈਨੂੰ ਲੱਗਦਾ ਹੈ ਕਿ ਬੜੀ ਸੋਚ ਸਮਝ ਕੇ ਔਰ ਸਾਰੀ ਕੈਟਾਗਰੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਆ, ਸਾਰੀਆਂ ਵੰਨਗੀਆਂ ਨੂੰ ਧਿਆਨ ਦੇ ਵਿੱਚ ਰੱਖਦੇ। ਤੁਸੀਂ ਮੁੱਦਿਆਂ ਦੀ ਗੱਲ ਕਰ ਰਹੇ ਸੀ, ਮੈਂ ਮੁੱਦੇ ਦੀ ਗੱਲ ਕਰ ਰਿਹਾ ਸੀ ਸਹੀ ਪ੍ਰਸ਼ਾਸਨ, ਟਰਾਂਸਪੋਰਟ ਮਾਫੀਆ ਹੋਵੇ, ਚਾਹੇ ਅਸੀਂ ਕਹਿ ਲਈਏ ਕਿ ਕੇਬਲ ਵਾਲੇ ਪਾਸਿਓਂ ਮਾਮਲਾ ਹੋਵੇ, ਚਾਹੇ ਅਸੀਂ ਕਹਿ ਲਈਏ ਕਿ ਜਿਹੜੇ ਇਸ ਵੇਲੇ ਰੇਤ ਮਾਫੀਆ ਹੋਵੇ, ਔਰ ਸਭ ਤੋਂ ਵੱਡਾ ਮੁੱਦਾ ਤੁਸੀਂ ਇਹ ਦੇਖੋ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿੰਨੀਆਂ ਹੋਈਆਂ ਨੇ, ਬੜੀ ਮਾਜਰਤ ਨਾਲੇ ਮੈਂ ਗੱਲ ਕਰ ਰਿਹਾ, ਬੜੀ ਮਾਫੀ ਨਾਲੇ ਗੱਲ ਕਰ ਰਿਹਾ। ਭਾਈ ਸਾਹਿਬ, ਕਿਹੜਾ ਮੁਲਕ ਹੈ, ਕਿਹੜਾ ਉਹ ਦੇਸ਼ ਹੈ ਜਿੱਥੇ ਉਹਨਾਂ ਦੀ ਧਾਰਮਿਕ ਪੁਸਤਕ ਦੀ ਬੇਅਦਬੀ ਹੋਵੇ ਤੇ ਉਸ ਤੋਂ ਬਾਅਦ ਫਿਰ ਉਹ ਮੁਜਰਮ ਨੂੰ, ਉਸ ਮੁਲਜ਼ਮ ਨੂੰ ਸਿਕਿਉਰਟੀਆਂ ਦਿੱਤੀਆਂ ਜਾਣ, ਉਸ ਮੁਲਜ਼ਮ ਦੀ ਸੇਵਾ ਕੀਤੀ ਜਾਵੇ। ਸੋ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਸਿਸਟਮ ਦੇ ਵਿੱਚ ਸਾਡੇ ਦਿੱਕਤਾਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਸਿਸਟਮ ਖਰਾਬ ਹੈ, ਹਰੇਕ ਫੀਲਡ ਦੇ ਵਿੱਚ। ਮੈਂ ਤਾਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਿਹੜਾ ਮਰਜ਼ੀ ਫੀਲਡ ਆ ਪੰਜਾਬ ਦਾ, ਹਿੰਦੁਸਤਾਨ ਦਾ, ਉਹਦੇ ਵਿੱਚ ਹਜੇ ਵੀ ਅਜਿਹੇ ਲੋਕ ਬੈਠੇ ਨੇ ਜਿਨ੍ਹਾਂ ਦੇ ਸਹਾਰੇ ਪੁਲਿਸ ਮਹਿਕਮਾ ਚੱਲ ਰਿਹਾ ਹੈ, ਜਿਨ੍ਹਾਂ ਦੇ ਸਹਾਰੇ ਐਕਸਾਈਜ਼ ਮਹਿਕਮਾ ਚੱਲ ਰਿਹਾ ਹੈ, ਜਿਨ੍ਹਾਂ ਦੇ ਸਹਾਰੇ ਟੈਲੀਫੋਨ ਮਹਿਕਮਾ ਚੱਲ ਰਿਹਾ ਹੈ, ਜਿਨ੍ਹਾਂ ਦੇ ਸਹਾਰੇ ਗਰੀਬ ਲੋਕ ਚੱਲ ਰਹੇ ਨੇ। ਅਗਰ ਪੁਲਿਸ ਥਾਣਿਆਂ ਦੇ ਵਿੱਚ ਉਹ ਜਾਂਦੇ ਨੇ ਤਾਂ ਉਹਨਾਂ ਦੀ ਸੁਣਵਾਈ ਹੁੰਦੀ ਹੈ। ਸੋ ਕੁਝ ਕੁ ਲੋਕ ਹਜੇ ਬੈਠੇ ਨੇ ਜਿਹਨੂੰ ਕਹਿੰਦੇ ਨੇ ਅਸੀਂ ਕਿ ਜੀ ਰੱਬ ਸਹਾਰੇ ਚੱਲਦਾ। ਉਹ ਰੱਬ ਸਹਾਰੇ ਨਹੀਂ, ਰੱਬ ਸਹਾਰੇ ਵੀ ਚੱਲਦਾ ਹੈ, ਲੇਕਿਨ ਅਜਿਹੇ ਜਿਹੜੇ ਪੁਲਿਸ ਅਫਸਰ ਹੈਗੇ ਨੇ ਉਹਨਾਂ ਦੇ ਸਹਾਰੇ ਵੀ ਜਿਹੜਾ ਸਾਡਾ ਮੁਲਕ ਹੈ ਹਜੇ ਚੱਲ ਰਿਹਾ ਹੈ। ਸੋ ਜ਼ਰੂਰਤ ਇਸ ਵੇਲੇ ਇਹ ਹੈ, ਇਲੈਕਸ਼ਨਾਂ ਆ ਗਈਆਂ, ਅਸੀਂ ਮੰਥਨ ਕਰੀਏ ਸਰਕਾਰ ਦਾ, ਇਮਾਨਦਾਰੀ ਨਾਲ ਬੈਠ ਕੇ ਮੰਥਨ ਕਰੀਏ ਕਿ ਅਸੀਂ ਕਿਸ ਲਹਿਜ਼ੇ ਨਾਲ ਵੋਟ ਪਾਈ ਸੀ ਔਰ ਕੀ ਉਸ ਪ੍ਰੋਸਪੈਕਟ ਦੇ ਉੱਤੇ ਜਿਹੜੀ ਸਾਡੀ ਸਰਕਾਰ ਹੈਗੀ ਹੈ ਉਹ ਖਰਾ ਉਤਰੀ ਹੈ। ਜੇਕਰ ਖਰਾ ਨਹੀਂ ਉਤਰੀ ਤਾਂ ਕੀ ਘਾਟਾ ਨੇ, ਕੀ ਦੁਬਾਰ ਤੋਂ ਮੌਕਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ। ਝਾੜੂ ਵੀ ਚੱਕੀ ਫਿਰਦੇ ਨੇ ਲੋਕ, ਅਕਾਲੀ ਦਲ ਵਾਲੇ ਵੀ, ਸੁਖਬੀਰ ਸਿੰਘ ਬਾਦਲ ਵੀ ਆਪਣੀ ਸਰਕਾਰ ਬਣਾਈ ਬੈਠੇ ਨੇ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ। ਪਰ ਮੈਨੂੰ ਲੱਗਦਾ ਕਿ ਇਸ ਵਾਰ ਦਾ ਜਿਹੜਾ ਪ੍ਰੋਸਪੈਕਟ ਹੈ, ਇਸ ਵਾਰ ਦੇ ਜਿਹੜੇ ਇਲੈਕਸ਼ਨਸ ਨੇ ਬੜੇ ਦਿਲਚਸਪ ਹੋਣ ਵਾਲੇ ਨੇ, ਕਿਉਂਕਿ ਜਿੰਨੇ ਵੀ ਮਾਮਲੇ, ਵੱਡੇ ਮਾਮਲੇ, ਮੈਨੂੰ ਲੱਗਦਾ ਕਿ ਹਜੇ ਤੱਕ ਪੰਜਾਬ ਦੇ ਵਿੱਚ ਉਹ ਉਸ ਪੱਧਰ 'ਤੇ ਹੱਲ ਨਹੀਂ ਹੋਏ ਜੋ ਐਕਸਪੈਕਟੇਸ਼ਨਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਲੋਕਾਂ ਨੂੰ ਸੀ। ਜਿਸ ਚੀਜ਼ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਸੰਭਾਲੀ ਸੀ, ਜਿਸ ਚੀਜ਼ ਨੂੰ ਲੈ ਕੇ ਅਸੀਂ ਕਹਿ ਲਈਏ ਕਿ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਭਰੋਸਾ ਕੀਤਾ ਸੀ। ਸੋ ਕੁੱਲ ਮਿਲਾ ਕੇ ਆਪਸੀ ਕਾਟੋ ਕਲੇਸ਼ੀ ਨਾਲ ਚੱਲਦਾ ਰਿਹਾ ਜਨਾਬ। ਕਿਹਨਾਂ ਨੂੰ ਫਿਕਰ ਹੈ? ਤੁਸੀਂ ਇਹ ਦੇਖੋ, ਕਿਸੇ ਨੂੰ ਤੁਸੀਂ ਸਵਾਲ ਕਰਕੇ ਦੇਖੋ, ਉਹਨਾਂ ਨੂੰ ਲੱਗਦਾ ਕਿ ਉਹ ਤਾਂ ਵਿਰੋਧੀ, ਹੁਣ ਅਸੀਂ ਸਵਾਲ ਜਵਾਬ ਕਰ ਰਹੇ ਹਾਂ, ਉਹਨਾਂ ਨੂੰ ਲੱਗਦਾ ਕਿ ਤਾਂ ਵਿਰੋਧੀ ਧਿਰ ਦਾ ਬੰਦਾ ਹੋ ਗਿਆ। ਪੱਤਰਕਾਰਾਂ ਦੇ ਵੀ ਜੇ ਤੁਸੀਂ ਗੱਲ ਕਰਦੇ ਹੋ, ਅੱਜ ਕੱਲ੍ਹ ਦੇ ਪੱਤਰਕਾਰ, ਮੈਨੂੰ ਤਾਂ ਲੱਗਦਾ ਕਿ ਜਿਨ੍ਹਾਂ ਦਾ ਇੰਟਰਸਟ ਹੈਗਾ ਨਾਲ ਪੱਤਰਕਾਰ ਵੀ ਲਗਾ ਲੈਣ ਕਿ ਫਲਾਣਾ ਪੱਤਰਕਾਰ ਕਾਂਗਰਸੀ, ਫਲਾਣਾ ਪੱਤਰਕਾਰ ਅਕਾਲੀ। ਸੋ ਇਹ ਚੀਜ਼ਾਂ ਨੇ ਸਾਨੂੰ ਸਮਝਾਉਣੀ ਚਾਹੀਦੀ ਹੈ, ਸਾਨੂੰ ਮੰਥਨ ਕਰਨਾ ਚਾਹੀਦਾ ਹੈ। ਸਾਡੇ ਜੋ ਇਸ ਵੇਲੇ ਹੋ ਰਿਹਾ ਹੈ, ਬੜੇ ਗੰਭੀਰ ਹਾਲਾਤ ਨੇ ਵਰਿੰਦਰ ਜੀ, ਬੜੇ ਗੰਭੀਰ ਹਾਲਾਤ ਨੇ। ਬੜੀਆਂ ਸਾਜ਼ਿਸ਼ਾਂ ਪੰਜਾਬੀਆਂ ਖਿਲਾਫ ਇਸ ਵੇਲੇ ਹੋ ਰਹੀਆਂ ਨੇ। ਉਹ ਸਾਜ਼ਿਸ਼ਾਂ ਪੰਜਾਬੀਆਂ ਖਿਲਾਫ ਹੋ ਰਹੀਆਂ ਨੇ ਕਿ ਜਿਸ ਦਾ ਅਸੀਂ ਤਸੱਵਰ, ਜਿਸ ਦੀ ਅਸੀਂ ਕਲਪਨਾ, ਜਿਸ ਦਾ ਅਸੀਂ ਕਦੇ ਭੁਲੇਖੇ 'ਚ ਵੀ ਸੁਪਨਾ ਨਹੀਂ ਲਿਆ ਹੋਣਾ। ਲੋੜ ਹੈ, ਜਾਗਣ ਦੀ ਲੋੜ ਹੈ, ਆਤਮ ਮੰਥਨ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਜ਼ਰੂਰਤ ਹੈ ਇਸ ਵੇਲੇ। ਇੱਜ਼ਤਾਂ ਦਿਨ ਦਿਹਾੜੇ ਖਰਾਬ ਕੀਤੀਆਂ ਜਾ ਰਹੀਆਂ ਨੇ ਧੀਆਂ ਦੀਆਂ, ਉਸ ਪਾਸੇ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ। ਸੋ ਬਹੁਤ ਸਾਰੀਆਂ ਦਿੱਕਤਾਂ ਨੇ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਅਸੀਂ ਵੀ ਲੋਕਾਂ ਅੱਗੇ ਕੋਸ਼ਿਸ਼ ਕਰਾਂਗੇ ਆਪਸੀ ਡਿਸਕਸ਼ਨ ਤੋਂ ਬਾਅਦ ਕਿ ਲੋਕਾਂ ਨੂੰ ਜੋ ਦਿੱਕਤਾਂ, ਜੋ ਪਰੇਸ਼ਾਨੀਆਂ ਨੇ ਉਹਨਾਂ ਨੂੰ ਜਾਗਰੂਕ ਕਰੀਏ, ਚੰਗੇ ਫੈਸਲੇ ਨੂੰ ਅਸੀਂ ਸਰਾਈਏ। ਮੈਂ ਤਾਂ ਹੀ ਤਾਂ ਕਿਹਾ ਤੁਹਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਇਹ ਫੈਸਲਾ ਇੰਜੋਏ ਕਰਨ ਵਾਲਾ ਫੈਸਲਾ ਹੈ ਜੀ। ਅਸੀਂ ਇੰਜੋਏ ਕਰ ਸਕਦੇ ਹਾਂ, ਲੇਕਿਨ ਇੱਕ ਚੀਜ਼ ਬਿਲਕੁਲ ਤੈਅ ਹੈ, ਜਿਵੇਂ ਹੀ ਇਲੈਕਸ਼ਨਾਂ ਹੋਈਆਂ, ਚਾਹੇ ਸਰਕਾਰ ਜਿਹੜੀ ਵੀ ਆਵੇ, ਪੈਟਰੋਲ ਦੇ ਭਾਅ ਵਧਣੇ ਵੀ ਤੈਅ ਨੇ, ਡੀਜ਼ਲ ਦੇ ਭਾਅ ਵਧਣੇ ਵੀ ਤੈਅ ਨੇ। ਸੋ ਤਿਆਰੀ ਤਾਂ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਸਾਡੇ ਕੰਮਕਾਰ ਜਿਹੜੇ ਅਸੀਂ ਇੰਨੇ ਕੁ ਵਧਾ ਲਈਏ ਕਿ ਪੈਟਰੋਲ ਡੀਜ਼ਲ ਸਸਤਾ ਮਹਿੰਗਾ ਹੋਵੇ ਤੇ ਸਾਨੂੰ ਕੋਈ ਬਹੁਤਾ ਫਰਕ ਹੀ ਨਾ ਪਵੇ। ਸਾਨੂੰ ਸੋਚ ਉੱਦਾਂ ਦੀ ਰੱਖਣੀ ਚਾਹੀਦੀ ਹੈ, ਸਾਡੇ ਨੌਜਵਾਨਾਂ ਨੂੰ ਰਾਹ ਉੱਦਾਂ ਦਾ ਸਰਕਾਰਾਂ ਨੂੰ ਦਿਖਾਉਣਾ ਚਾਹੀਦਾ। ਵਰਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਸਹਿਯੋਗੀ ਕਾਸਿਫ ਫਾਰੂਕੀ ਜੀ, ਜਿਨ੍ਹਾਂ ਨੇ ਬੇਹੱਦ ਕੀਮਤੀ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਾਡੇ ਨਾਲ। ਸੋ ਕੁੱਲ ਮਿਲਾ ਕੇ ਜੇ ਦੇਖੀਏ, ਜੋ ਵੀ ਚਾਹੇ ਪੰਜਾਬ ਸਰਕਾਰ ਵੱਲੋਂ ਚਾਹੇ ਚੋਣਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਗਿਆ, ਜਿਵੇਂ ਕਿ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਜੇ ਆਪਾਂ ਗੱਲ ਕਰੀਏ ਕਿ ਹੋ ਸਕਦਾ ਕਿ ਜਿਵੇਂ ਕਿ ਸਰਕਾਰ ਦੇ ਜੋ ਫੈਸਲੇ ਲਏ ਜਾ ਰਹੇ ਨੇ, ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਜਿਹੜੀ ਕਮੀ ਕੀਤੀ ਗਈ ਹੈ, ਪਰ ਕੁੱਲ ਮਿਲਾ ਕੇ ਜੇ ਗੱਲ ਕਰੀਏ, ਜੋ ਵੀ ਫੈਸਲਾ ਲਿਆ ਗਿਆ ਉਹ ਲੋਕ ਹਿੱਤ ਦੇ ਵਿੱਚ ਫੈਸਲਾ ਹੈ ਔਰ ਇਹ ਫੈਸਲਾ ਜੋ ਹੈ ਇੱਕ ਬਹੁਤ ਚੰਗਾ ਫੈਸਲਾ ਅਸੀਂ ਦੱਸ ਸਕਦੇ ਹਾਂ, ਕਹਿ ਸਕਦੇ ਹਾਂ। ਸ਼ੁਕਰੀਆ ਜੀ।